ਜਿਹੜੀਆਂ ਰੂਹਾਂ ਪੰਜਾਬ ਦੇ ਲਈ ਦਰਦ ਰੱਖਦੀਆਂ, ਚਾਹੇ ਉਹ ਸੁਖਪਾਲ ਖਹਿਰਾ ਸਾਹਿਬ ਹੋਣ, ਚਾਹੇ ਡਾਕਟਰ ਗਾਂਧੀ ਹੋਣ, ਚਾਹੇ ਉਹ ਬੈਂਸ ਹੋਣ, ਬੈਂਸ ਸਾਹਿਬ, ਜਾਂ ਨਵਜੋਤ ਸਿੱਧੂ ਹੋਣ, ਜਾਂ ਪ੍ਰਗਟ ਸਿੰਘ ਜੀ ਹੋਣ, ਜਾਂ ਛੋਟੇਪੁਰ ਜੀ ਹੋਣ, ਇਹ ਸਾਰੇ ਬੰਦਿਆਂ ਨੂੰ ਅਸੀਂ ਹੁਣ ਜਾ ਕੇ ਮਿਲਾਂਗੇ। ਅੱਜ ਇਹ ਹਰ ਰੂਹ, ਹਰ NRI, ਹਰ ਬੰਦਾ ਪੰਜਾਬ ਦਾ ਇਹ ਗੱਲ ਮੰਨ ਰਿਹਾ ਵੀ ਪੰਜਾਬ 'ਚ ਜੇ ਇੱਕ ਮੰਚ ਤੇ ਕੋਈ ਇਕੱਠੇ ਹੋਣ ਦੀ ਗੱਲ ਕੀਤੀ ਜਾ ਸਕਦੀ ਹੈ ਤਾਂ ਉਹ ਸ਼ੰਭੂ ਮੋਰਚੇ ਦਾ ਮੰਚ ਹੈ। ਨਹੀਂ ਜੀ 2022 ਮੈਂ ਨਹੀਂ ਲੜ ਰਿਹਾ, ਮੈਂ ਤੁਹਾਨੂੰ ਕਹਿ ਰਿਹਾ, ਮੈਂ ਹਜੇ ਤੱਕ ਆਪਦੇ ਆਪ ਨੂੰ ਜੇ ਕਹਿ ਰਿਹਾ ਮੇਰੇ ਕੋਲ ਟੈਂਪਰਾਮੈਂਟ ਹੀ ਹੈ ਨਹੀਂ ਆ 2022 'ਚ ਮੈਂ ਚੋਣਾਂ ਲੜਾਂ, ਉਹ ਮੇਨ ਸਟ੍ਰੀਮ ਪੋਲਿਟਿਕਸ ਦਾ। ਜਿਹੜੇ ਸਿੰਘ ਸਾਡੇ ਲੜੇ ਪੰਜਾਬ ਦੇ, ਉਹ ਮੈਂ ਇਹ ਨਹੀਂ ਕਹਿੰਦਾ ਉਹਨਾਂ ਨੇ ਇੱਕ ਵਰਗ ਲਈ ਲੜਾਈ ਲੜੀ ਆ, ਹਰ ਵਰਗ ਲਈ ਲੜਾਈ ਲੜੀ ਆ। ਉਹਨਾਂ ਬੰਦਿਆਂ ਨੇ ਖੁਦ ਮੁਖਤਿਆਰੀ ਦੀ ਲੜਾਈ ਲੜ ਰਹੇ ਸੀ, ਅਨੰਦਪੁਰ ਸਾਹਿਬ ਦੇ ਮਤੇ ਤੇ ਪਹਿਰਾ ਦੇ ਰਹੇ ਸੀ, ਧੱਕਿਆ ਸਰਕਾਰ ਨੇ ਕਿਸੇ ਹੋਰ ਪਾਸੇ। ਹਾਂਜੀ, ਮੈਂ ਅਗਲੇ ਬਰਾੜ ਸਾਹਿਬ ਨੂੰ ਦੇਣਾ ਤਾਂ ਕਿ ਸਾਰੇ ਅਸੀਂ ਸਵਾਲਾਂ ਦੇ ਜਵਾਬ ਦੇਈਏ। ਤਾਂ ਹਾਂਜੀ, ਚੰਗੀ ਸਿਆਸਤ ਦੀ ਲੋੜ ਹੈ ਪੰਜਾਬ ਨੂੰ। ਹਾਂਜੀ, ਤੁਹਾਡਾ ਮੋਰਚਾ ਜਿਹੜਾ ਸਿਆਸੀ ਜਥੇਬੰਦੀ, ਹਾਂਜੀ, ਮੈਂ ਤੁਹਾਨੂੰ ਇਹਦਾ ਇੱਕ ਪਰਪਸ ਦੱਸੀਏ ਜੀ ਪ੍ਰੈਸ ਕਾਨਫਰੰਸ ਦਾ, ਔਰ ਇਸ ਪਰਪਸ ਨੂੰ ਅੱਗੇ ਲੈ ਕੇ ਜਾਣਾ ਬੜਾ ਜ਼ਰੂਰੀ ਆ। ਪਰਪਸ ਇਹ ਆ ਵੀ ਪੰਜਾਬ ਦੇ ਮੇਨ ਸਟ੍ਰੀਮ ਪੋਲੀਟੀਕਲ ਫੀਲਡ ਦੇ ਜਿਹੜੇ ਸੁਹਿਰਦ ਬੰਦੇ ਆ, ਜਿਹੜੀਆਂ ਰੂਹਾਂ ਪੰਜਾਬ ਦੇ ਲਈ ਦਰਦ ਰੱਖਦੀਆਂ, ਚਾਹੇ ਉਹ ਸੁਖਪਾਲ ਖਹਿਰਾ ਸਾਹਿਬ ਹੋਣ, ਚਾਹੇ ਡਾਕਟਰ ਗਾਂਧੀ ਹੋਣ, ਚਾਹੇ ਉਹ ਬੈਂਸ ਹੋਣ, ਬੈਂਸ ਸਾਹਿਬ, ਜਾਂ ਨਵਜੋਤ ਸਿੱਧੂ ਹੋਣ, ਜਾਂ ਪ੍ਰਗਟ ਸਿੰਘ ਜੀ ਹੋਣ, ਜਾਂ ਛੋਟੇਪੁਰ ਜੀ ਹੋਣ, ਇਹ ਸਾਰੇ ਬੰਦਿਆਂ ਨੂੰ ਅਸੀਂ ਹੁਣ ਜਾ ਕੇ ਮਿਲਾਂਗੇ ਔਰ ਇਹ ਮੀਡੀਆ ਦੇ ਅੱਗੇ ਗੱਲ ਕਰ ਰਹੇ ਹਾਂ। ਇਹਨਾਂ ਸਾਰੇ ਮੇਨ ਸਟ੍ਰੀਮ ਪੋਲੀਟੀਕਲ ਲੀਡਰਸ ਨੂੰ, ਤਾਂ ਹੋਰ ਵੀ ਬੜੇ ਸਾਡੇ ਇਮਾਨਦਾਰ ਬੰਦੇ ਬੈਠੇ ਆ, ਉਹਨਾਂ ਸਾਰਿਆਂ ਨੂੰ ਮਿਲਾਂਗੇ। ਉਹਨਾਂ ਨੂੰ ਗੱਲ ਇਹ ਕਹਿਣੀ ਆ ਵੀ ਜੇ ਪੰਜਾਬ ਦਾ ਦਰਦ ਰੱਖਦੇ ਹੋ ਤਾਂ ਨਿੱਜ ਛੱਡ ਕੇ ਤਾਂ ਇਕੱਠੇ ਹੋ ਮੰਚ ਤੋਂ। ਮੰਚ ਅਸੀਂ ਦੇਤਾ ਤੁਹਾਨੂੰ। ਅੱਜ ਇਹ ਹਰ ਰੂਹ, ਹਰ NRI, ਹਰ ਬੰਦਾ ਪੰਜਾਬ ਦਾ ਇਹ ਗੱਲ ਮੰਨ ਰਿਹਾ ਵੀ ਪੰਜਾਬ 'ਚ ਜੇ ਇੱਕ ਮੰਚ ਤੇ ਕੋਈ ਇਕੱਠੇ ਹੋਣ ਦੀ ਗੱਲ ਕੀਤੀ ਜਾ ਸਕਦੀ ਹੈ ਤਾਂ ਉਹ ਸ਼ੰਭੂ ਮੋਰਚੇ ਦਾ ਮੰਚ ਹੈ। ਅਸੀਂ ਤਾਂ ਆਪਦੀ ਕੋਈ ਲੜਾਈ ਜਾਂ ਸਿਆਸੀ ਧਿਰ ਨਹੀਂ ਖੜੀ ਕਰ ਰਹੇ। ਇਹੀ ਬੰਦੇ ਲੱਗੇ ਹੋਏ ਆ ਨਾ ਜਿਹੜੇ ਖੁਦ ਮੁਖਤਿਆਰੀ ਦੀ ਗੱਲ ਵੀ ਕਰਦੇ ਆ, ਜਿਹੜੇ ਪੰਜਾਬ ਦੇ ਪਾਣੀਆਂ ਦੀ ਵੀ ਗੱਲ ਕਰਦੇ ਆ, ਜਿਹੜੇ ਨੌਜਵਾਨੀ ਦੀ ਗੱਲ ਕਰਦੇ ਆ, UAPA ਦੇ ਅਗੇਂਸਟ ਵੀ ਗੱਲ ਕਰਦੇ ਆ, ਫਿਰ ਰੁਜ਼ਗਾਰ ਦੀ ਗੱਲ ਕਰਦੇ ਆ, ਫਿਰ ਸਾਡੇ ਨਸ਼ਿਆਂ ਦੇ ਵਿਰੁੱਧ ਵੀ ਲੜਦੇ ਆ। ਇਹਨਾਂ ਸਾਰੇ ਬੰਦਿਆਂ ਨੂੰ ਇੱਕ ਮੰਚ ਤੇ ਲੈ ਕੇ ਆਉਣੀ ਆ ਔਰ ਤੁਹਾਡੇ ਸਾਹਮਣੇ, ਇੱਕ ਮਿੰਟ ਜੀ ਗੱਲ ਪੂਰੀ ਕਰ ਲਈਏ, ਤੁਹਾਡੇ ਸਾਹਮਣੇ ਜਿਹੜਾ ਬੰਦਾ ਨਹੀਂ ਆਇਆ ਉਹ ਵੀ ਤੁਹਾਡੇ ਸਾਹਮਣੇ ਰੱਖ ਦਾਂਗੇ ਵੀ ਫਲਾਨਾ ਬੰਦਾ ਨਹੀਂ ਆਇਆ ਜੀ, ਉਹਦੇ ਨਿੱਜ ਇੰਪੋਰਟੈਂਟ ਆ, ਉਹ ਬੰਦਾ ਪੰਜਾਬ ਦੀ ਗੱਲ ਅੱਜ ਤੱਕ ਕਰ ਰਿਹਾ ਸੀ, ਪਰ ਜਦੋਂ ਅਸੀਂ ਉਹਦੇ ਕੋਲੇ ਜਾ ਕੇ ਬੈਠੇ ਵੀ ਤੁਸੀਂ ਇੱਕ ਮੰਚ ਤੇ ਆਓ, ਇਕੱਠੇ ਹੋ, ਉਦੋਂ ਜਦੋਂ ਤੱਕ ਤੁਸੀਂ ਇਕੱਠੇ ਨਹੀਂ ਹੋਵੋਗੇ, ਸੁਹਿਰਦ ਲੋਕ ਇਕੱਠੇ ਨਹੀਂ ਹੋਣਗੇ, ਇਮਾਨਦਾਰ ਲੋਕ ਇਕੱਠੇ ਨਹੀਂ ਹੋਣਗੇ, ਪੰਜਾਬ ਦਾ ਭਲਾ ਨਹੀਂ ਹੋ ਸਕਦਾ। ਅਸੀਂ ਆਪਣੀ ਸਿਆਸਤ ਖੜੀ ਨਹੀਂ ਕਰ ਸਕਦੇ। ਨਹੀਂ ਤਾਂ ਅਸੀਂ ਇੱਕ ਦੂਜੇ ਨਾਲ ਲੜਦੇ ਰਹਿੰਦੇ ਹਾਂ, ਲੱਤਾਂ ਖਿੱਚਦੇ ਰਹਿੰਦੇ ਹਾਂ। ਸੋ ਵੀ ਨੋ ਦੈਟ ਹਾਊ ਵੀ ਬਿਹੇਵ। ਸਾਡੇ ਕੋਲੇ ਤਰੀਕਾ ਸਲੀਕਾ, ਸਾਡੀ ਜਿਹੜੀ ਤਹਿਜ਼ੀਬ ਆ, ਕਿਤੇ ਨਾ ਕਿਤੇ ਭਾਸ਼ਾ ਤੇ ਵੀ ਕੰਟਰੋਲ ਨਹੀਂ ਕੀਤਾ, ਪਰ ਅਸੀਂ ਇਹਨਾਂ ਸਾਰੇ ਬੰਦਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਹੋ ਕੇ ਔਰ ਉੱਥੋਂ ਕੋਈ ਨਾ ਕੋਈ ਪੰਜਾਬ ਦੀ ਸਿਆਸਤ ਘੜਨ ਵਾਸਤੇ ਅਰਜ਼ ਕਰਨੀ ਆ। ਦੂਜੀ ਗੱਲ, ਨਾਲ ਦੀ ਨਾਲ ਇੱਕ ਸਮਾਜਿਕ ਧਿਰ ਵੀ ਖੜੀ ਕਰਨੀ ਆ ਜਿਹੜੀ ਇਹਨਾਂ ਬੰਦਿਆਂ ਤੇ ਜਾਂ ਸਿਆਸੀ ਬੰਦਿਆਂ ਤੇ, ਔਰ ਉਹ ਸਮਾਜਿਕ ਧਿਰ ਵਾਲੇ ਬੰਦਿਆਂ ਦਾ ਮੇਨ ਸਟ੍ਰੀਮ ਪੋਲਿਟਿਕਸ 'ਚ ਕੋਈ ਰੋਲ ਨਹੀਂ ਹੋਊਗਾ। ਉਹ ਕਦੇ ਇਲੈਕਸ਼ਨ ਨਹੀਂ ਲੜਨਗੇ। ਇੱਕ ਮਿੰਟ ਮੈਂ ਕੰਪਲੀਟ ਕਰਦਾ ਜੀ ਗੱਲ। ਸਮਾਜਿਕ ਧਿਰ ਸਿਰਫ ਇੱਕ ਉਹਨਾਂ ਤੇ ਪਹਿਰੇਦਾਰੀ ਦਾ ਕੰਮ ਕਰੂਗੀ। ਜਿੱਥੇ ਕਿਤੇ ਪੰਜਾਬ ਦੇ ਹਿੱਤਾਂ 'ਚ ਉਹ ਫਿਰ ਕੇ ਸਮਾਜਿਕ ਧਿਰ ਉੱਠ ਕੇ ਖੜੀ ਹੋ ਜੂਗੀ, ਲੋਕਾਂ ਦੇ ਸਾਹਮਣੇ ਉਹਨਾਂ ਨੂੰ ਨੰਗਾ ਕਰ ਦਿਆ ਕਰੂਗੀ। ਜਦੋਂ ਤੱਕ ਅਸੀਂ ਇਹ ਸਿਸਟਮ ਪੰਜਾਬ 'ਚ ਖੜਾ ਨਹੀਂ ਕਰਾਂਗੇ, ਜੇ ਅਸੀਂ ਕਹੀਏ ਪੰਜਾਬ ਦੇ ਮਸਲੇ ਹੱਲ ਹੋ ਜਾਣਗੇ ਜਾਂ ਹੁਣ ਕਿਸਾਨੀ ਦੇ ਮਸਲੇ ਹੱਲ ਹੋ ਜਾਣਗੇ, ਉਹ ਨਹੀਂ ਹੋ ਸਕਦੇ। ਸੋ ਪਰਪਸ ਇਸ ਪ੍ਰੈਸ ਕਾਨਫਰੰਸ ਦਾ ਇਹ ਸਿੱਧੇ ਤੌਰ ਤੇ ਮੈਂ ਤੁਹਾਡੇ ਨਾਲ ਜਿਹੜੀ ਆਪਾਂ ਸਪਸ਼ਟ ਰੂਪ 'ਚ ਇਹ ਗੱਲ ਕਰ ਰਹੇ ਹਾਂ। ਬਾਕੀ ਅਗਲਾ ਕੁਐਸਚਨ ਬਰਾੜ ਸਾਹਿਬ ਤੋਂ ਪੁੱਛਿਓ, ਸਾਰੀ ਪੰਚਾਇਤ ਤੋਂ। ਹਾਂਜੀ, ਜਿਹੜੇ ਲੋਕ ਆਪਣੇ ਪ੍ਰੈਸ ਨੋਟ ਦੇ ਵਿੱਚ ਕਿਹਾ ਕਿ ਅਸੀਂ ਸਮਾਜਿਕ ਇਨਕਲਾਬ ਦੀ ਗੱਲ ਕਰਦੇ ਹਾਂ। ਹਾਂਜੀ, ਤਾਂ ਸਮਾਜਿਕ ਇਨਕਲਾਬ ਤੋਂ ਤੁਹਾਡਾ ਕੀ ਭਾਵ ਹੈ? ਦੂਸਰਾ ਮੇਰਾ ਸਵਾਲ ਹੈ, ਤੁਸੀਂ ਕਿਹਾ ਕਿ ਪੰਜਾਬ ਨੂੰ ਖੁਦ ਮੁਖਤਿਆਰੀ ਨਹੀਂ ਹੈਗੀ ਫੈਸਲੇ ਲੈਣ ਦੀ। ਕਿਸੇ ਸੂਬੇ ਨੂੰ ਵੀ ਨਹੀਂ ਹੈ, ਕੱਲੇ ਪੰਜਾਬ ਦੀ ਗੱਲ ਨਹੀਂ ਕਰਦੇ ਅਸੀਂ। ਆਪਾਂ ਪੰਜਾਬ ਦੇ ਕੰਟੈਕਸਟ 'ਚ ਹਾਂਜੀ, ਅੱਜ ਪੰਜਾਬ ਦੀ ਗੱਲ ਕਰ ਲਓ। ਤੁਸੀਂ ਕਿਹਾ ਕਿ ਨਹੀਂ ਹੈਗੀ ਖੁਦ ਮੁਖਤਿਆਰੀ, ਤੁਹਾਡੇ ਸੰਘਰਸ਼ ਦੇ ਨਾਲ ਖੁਦ ਮੁਖਤਿਆਰੀ ਜੇ ਮਿਲ ਜਾਂਦੀ ਹੈ ਹਾਂਜੀ, ਤਾਂ ਤੁਹਾਡੇ ਕੋਲ ਆਲਟਰਨੇਟਿਵ ਮਾਡਲ ਕੀ ਹੈ?
ਨਹੀਂ ਜੀ, ਮੈਂ ਉਸੇ ਦੀ ਤਾਂ ਗੱਲ ਕਰ ਰਹੇ ਹਾਂ ਆਪਾਂ। ਸੰਘਰਸ਼ ਦੇ ਨਾਲ ਖੁਦ ਮੁਖਤਿਆਰੀ ਕਿਵੇਂ ਮਿਲਦੀ ਹੈ? ਖੁਦ ਮੁਖਤਿਆਰੀ ਲਈ ਇੱਕ ਮਿੰਟ, ਤੁਹਾਡਾ ਸਵਾਲ ਮੈਂ ਤੁਹਾਨੂੰ ਜਵਾਬ ਦੇ ਦੇਣਾ ਜੀ, ਮੈਂ ਸਮਝ ਗਿਆ ਸਵਾਲ ਤੁਹਾਡਾ, ਪਰ ਤੁਸੀਂ ਦੁਬਾਰਾ ਜੇ ਪੁੱਛਣਾ ਚਾਹੋ ਪੁੱਛ ਸਕਦੇ। ਮੈਂ ਥੋੜਾ ਕਲੈਰੀਫਾਈ ਕਰਨਾ, ਮੇਰਾ ਸਵਾਲ ਇਹ ਸੀਗਾ, ਖੁਦ ਮੁਖਤਿਆਰੀ ਮਿਲ ਗਈ, ਮੰਨ ਲਓ ਇਹਨਾਂ ਬਿੱਲਾਂ ਦੇ ਕੰਟੈਕਟ 'ਚ ਕੇਂਦਰ ਸਰਕਾਰ ਤੁਹਾਨੂੰ ਕਹਿੰਦੇ ਕਿ ਤੁਸੀਂ ਸਾਡੇ ਕੋਲ ਤਾਂ ਆਹ ਮਾਡਲ ਹੈ ਜੋ ਅਸੀਂ ਬਿੱਲਾਂ ਦੇ ਵਿੱਚ ਦੱਸਤਾ, ਕਿਸਾਨ ਯੂਨੀਅਨ ਆਪਣਾ ਦੱਸ ਰਹੀਆਂ ਨੇ, ਤਾਂ ਜਿਹੜੀ ਆਹ ਲੀਡਰਸ਼ਿਪ ਹੈ ਇਹਦਾ ਆਲਟਰਨੇਟਿਵ ਮਾਡਲ ਕੀ ਹੈ? ਨਹੀਂ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਭਾਈ। ਖੁਦ ਮੁਖਤਿਆਰੀ ਤੋਂ ਪਹਿਲਾਂ ਮਿਲਣ ਤੋਂ ਪਹਿਲਾਂ ਦੇ ਦੋ ਸਵਾਲ ਹੈ ਮੇਰੇ, ਉਹ ਬਾਅਦ ਚ ਆ ਗਿਆ ਜੀ। ਮੇਰਾ ਇਹ ਸਵਾਲ ਹੈ, ਤੁਸੀਂ ਕਿਹਾ ਵੀ ਅਸੀਂ ਇਕੱਠਾ ਕਰਾਂਗੇ ਸਾਰਿਆਂ ਨੂੰ ਜਿਹੜੇ ਕਿ ਪੰਜਾਬ ਦਾ ਭਲਾ ਚਾਹੁੰਦੇ ਨੇ। ਇਹ ਕੋਸ਼ਿਸ਼ ਸੁਖਪਾਲ ਖਹਿਰਾ ਹੋਣਾ ਨੇ ਵੀ ਕੀਤੀ ਸੀ, ਲੋਕੀ ਸਾਹਿਬ ਪਾਰਟੀ ਇਕੱਠੀ ਹੋਈ ਸੀ, ਧਰਮਵੀਰ ਗਾਂਧੀ ਜੀ ਪੀਡੀਏ ਬਣਿਆ ਸੀ, ਪੰਜਾਬ ਡੈਮੋਕ੍ਰੈਟਿਕ ਅਲਾਈਅੰਸ। ਉਹ ਨਾ ਅੱਜ ਪੰਜਾਬ ਉਸ ਪੀਡੀਏ ਦਾ ਨਾ ਪੀ ਦਾ ਪਤਾ, ਨਾ ਡੀ ਦਾ ਪਤਾ, ਨਾ ਏ ਦਾ ਪਤਾ, ਸਾਰੇ ਆਪੋ ਆਪਣੇ ਤੁਰੇ ਫਿਰਦੇ ਨੇ। ਪਹਿਲਾ ਸਵਾਲ ਇਹ ਹੈ ਵੀ ਤੁਸੀਂ ਕਿਵੇਂ ਕਾਮਯਾਬ ਹੋਵੋਗੇ? ਦੂਜੀ ਗੱਲ ਤੁਸੀਂ ਕਹੀ ਹੈ, ਇਹਦੇ ਨਾਲ ਦਾ ਹੀ ਸਵਾਲ ਹੈ ਵੀ ਜਿਹੜਾ ਸਾਡੇ ਕੋਲ ਆ ਗਿਆ ਇਕੱਠਾ ਹੋ ਗਿਆ, ਠੀਕ ਹੈ, ਜਿਹੜਾ ਨਹੀਂ ਅਸੀਂ ਸਾਹਮਣੇ ਰੱਖਾਂਗੇ ਮੀਡੀਆ ਤੇ ਵੀ ਇਹ ਬੰਦਾ ਨਹੀਂ ਆ ਰਿਹਾ, ਕੀ ਤੁਹਾਡੇ ਨਾਲ ਇਕੱਠਾ ਹੋਣਾ ਸਰਟੀਫਿਕੇਸ਼ਨ ਹੋਣੀ ਹੈ ਵੀ ਪੰਜਾਬ ਦਾ ਇੱਕ ਐਸੀ ਹੈ ਬੰਦਾ ਜਾਂ ਨਹੀਂ? ਮੈਂ ਤੁਹਾਨੂੰ ਦੱਸਦਾ ਜੀ ਭਾਈ, ਇੱਕ ਮੇਰਾ ਵੀ ਇਹਦੇ ਨਾਲ ਸਵਾਲ ਹੈ। ਇਹਨਾਂ ਦੇ ਜਿਹੜੇ ਲੋਕ ਇਕੱਠੇ ਹੁੰਦੇ ਤੁਸੀਂ ਜਿਨ੍ਹਾਂ ਦੇ ਤੁਸੀਂ ਨਾਮ ਲਏ ਹੈ, ਉਹ ਦਰਅਸਲ ਪਹਿਲਾਂ ਇਕੱਠੇ ਸੀਗੇ, ਉਹ ਆਪਣੇ ਨਿੱਜੀ ਸਵਾਰਥਾਂ ਕਰਕੇ ਸਾਰੇ ਅਲੱਗ-ਅਲੱਗ ਹੋ ਗਏ। ਫਿਰ ਜਦੋਂ ਤੁਸੀਂ ਦੁਬਾਰਾ ਇਕੱਠੇ ਕਰੋਗੇ, ਫਿਰ ਉਹ ਪਾਵਰ ਕਰਕੇ ਅਲੱਗ ਹੋਣਗੇ, ਮੈਂ ਅੱਗੇ ਰਹਿਣਾ, ਮੈਂ ਅੱਗੇ ਰਹਿਣਾ, ਤੁਸੀਂ ਉਹਨੂੰ ਕਿਵੇਂ ਹੈਂਡਲ ਕਰੋਗੇ? ਹਾਂਜੀ, ਉਹ ਸਿੱਧੇ ਤੁਹਾਨੂੰ ਨਹੀਂ ਲੱਗਦਾ ਕਿ ਪੋਲਿਟਿਕਸ ਦੇ ਸਾਰੇ ਬੰਦੇ ਉੱਥੇ ਇੱਕ ਜਗ੍ਹਾ ਇਕੱਠੇ ਕਰਕੇ ਤੁਸੀਂ ਇਸ ਨੂੰ ਪੋਲਿਟੀਕਲ ਰੂਪ ਦੇ ਰਹੇ ਹੈਗੇ? ਨਹੀਂ ਜੀ, ਇੱਕ ਗੱਲ ਆਪਾਂ ਸਮਝ ਲਈਏ ਪਹਿਲਾਂ, ਸਾਡੀ ਲੜਾਈ ਹੈ ਦਿੱਲੀ ਨਾਲ, ਇਹ ਤਾਂ ਸਮਝ ਲਈਏ ਨਾ ਅਸੀਂ ਗੱਲ। ਸੂਬਾ ਸਰਕਾਰ ਔਰ ਕੈਪਟਨ ਸਾਹਿਬ ਨੇ ਤਾਂ ਆਪ ਇਹ ਬਿਆਨ ਦਿੱਤਾ ਵੀ ਸਾਡੇ ਕੋਲੇ ਤਾਂ ਸਪੇਸ ਹੀ ਹੈ ਨਹੀਂ ਨੀਤੀਆਂ ਬਣਾਉਣ ਦੀ, ਸਾਰੀ ਸਪੇਸ ਹੀ ਸੈਂਟਰ ਸਰਕਾਰ ਸਾਡੇ ਤੋਂ ਲੈ ਗਈ। ਇਹ ਗੱਲ ਸਾਡੇ ਸਮਝ ਚ ਆ ਗਈ। ਜਦੋਂ ਸਾਡੀ ਲੜਾਈ ਦਿੱਲੀ ਨਾਲ ਆ, ਤੁਸੀਂ ਇਹ ਕਹੋ ਵੀ ਕਿਸਾਨ ਯੂਨੀਅਨ ਦਿੱਲੀ ਨਾਲ ਲੜ ਲੈਣਗੀਆਂ, ਤੁਸੀਂ ਆਪ ਹੀ ਜਵਾਬ ਦੇ ਦਿਓ ਨਹੀਂ ਲੜ ਸਕਦੀਆਂ। ਉਹਨਾਂ ਕੋਲੇ ਰਿਸੋਰਸਿਸ ਨਹੀਂ ਆ, ਉਹਨਾਂ ਕੋਲੇ ਉਸ ਲੈਵਲ ਦਾ ਕੈਡਰ ਨਹੀਂ ਹੈ। ਜਦੋਂ ਸਿਆਸੀ ਲੜਾਈ ਲੜਨੀ ਹੁੰਦੀ ਆ ਤਾਂ ਕੋਈ ਨਾ ਕੋਈ ਸਿਆਸੀ ਧਿਰ ਚਾਹੀਦੀ ਹੈ ਸਾਨੂੰ ਲੜਨ ਵਾਸਤੇ, ਹਨਾ। ਪਹਿਲੀ ਗੱਲ ਤਾਂ ਇਹ ਹੈ, ਸਿਆਸੀ ਧਿਰ ਤੋਂ ਬਿਨਾਂ ਇਹ ਲੜਾਈ ਨਹੀਂ ਲੜੀ ਜਾਂਦੀ, ਔਰ ਉਹ ਵੀ ਸਟਰੋਂਗ ਸਿਆਸੀ ਧਿਰ। ਅੱਜ ਜੇ ਪੰਜਾਬ ਸਰਕਾਰ ਨੇ ਬਿੱਲ ਜਿਹੜੇ ਆਪਣੇ ਵਿਧਾਨ ਸਭਾ 'ਚ ਪੇਸ਼ ਕੀਤੇ ਆ, ਉਹਦਾ ਇੱਕ ਉਹਨਾਂ ਦੀ ਫੇਸ ਸੇਵਿੰਗ ਆ, ਉਹਦਾ ਇਹਨਾਂ ਨੇ ਸੇਵ ਪੈਸੇਜ ਇੱਕ ਅਡਾਪਟ ਕਰਕੇ ਤੇ ਉਹ ਨਿਕਲ ਗਿਆ, ਸੰਘਰਸ਼ ਦੇ ਸਾਹਮਣੇ ਝੁਕ ਗਿਆ। ਨਾਲ ਇਹ ਵੀ ਕਹਿ ਗਏ ਵੀ ਸਾਡੇ ਕੋਲੇ ਤਾਂ ਸਪੇਸ ਵੀ ਨਹੀਂ ਹੈ। ਸੋ ਇਹਦਾ ਮਤਲਬ ਤੁਹਾਡੀ ਲੜਾਈ ਦਿੱਲੀ ਨਾਲ ਆ। ਦਿੱਲੀ ਨਾਲ ਜੇ ਪੰਜਾਬ ਸਰਕਾਰ, ਕੈਪਟਨ ਸਾਹਿਬ ਇਹ ਕਹਿੰਦੇ ਮੈਂ ਅਸਤੀਫਾ ਜੇਬ 'ਚ ਨਹੀਂ ਪਾਈ ਫਿਰਦਾ, ਮੈਂ ਕਿਸਾਨਾਂ ਦੇ ਨਾਲ ਇਸ ਜਿਹੜੀ ਸੰਘਰਸ਼ ਮੋਰਚਿਆਂ 'ਚੋਂ ਜਾਂ ਧਰਨਿਆਂ 'ਚੋਂ ਲੜਿਆ ਜਾ ਰਿਹਾ, ਇੱਥੇ ਬੈਠਾ ਆ ਕੇ ਮੈਂ ਆਪਦੀ ਸਾਰੀ ਸਿਆਸੀ ਧਿਰ ਇਹਦੇ 'ਚ ਝੋਕਦਾ, ਅਸੀਂ ਉਹ ਲੜਾਈ ਲੜਦੇ ਹਾਂ। ਪਰ ਇਹ ਬੰਦਿਆਂ ਨੇ, ਇਹਨਾਂ ਨੇ ਪਾਵਰ ਇੰਜੋਏ ਕਰਨੀ ਹੁੰਦੀ ਆ 5 ਸਾਲ ਆ ਕੇ, ਇਹਨਾਂ ਨੇ ਇਹ ਲੜਾਈਆਂ ਨਹੀਂ ਲੜਨੀਆਂ। ਸਾਡੇ ਕੋਲੇ ਉਹ ਸਿਆਸੀ ਧਿਰ ਚਾਹੀਦੀ ਆ ਜਿਹੜੀ ਧਰਨਿਆਂ 'ਚ ਮੋਰਚਿਆਂ 'ਚ ਬੈਠ ਕੇ ਸਾਰੀ ਆਪਦੀ ਸਿਆਸਤ ਵੀ ਉੱਥੇ ਝੋਕਦੇ ਵੀ ਅਸੀਂ ਪੰਜਾਬ ਦੇ ਹੱਕਾਂ ਦੀ ਲੜਾਈ ਲੜਨੀ ਹੈ। ਸੋ ਪਹਿਲੀ ਗੱਲ। ਦੂਜੀ ਗੱਲ, ਬਰਾੜ ਸਾਹਿਬ ਕੋਲ ਨੂੰ ਦੇਣਾ, ਥੋੜੀਆਂ ਗੱਲਾਂ ਬਰਾੜ ਸਾਹਿਬ ਤੁਹਾਡੇ ਨਾਲ ਸਾਂਝੀਆਂ ਕਰਨਗੇ, ਕਿਉਂਕਿ ਸਾਰੀ ਪੰਚਾਇਤ ਹੀ ਗੱਲ ਕਰੇ ਤਾਂ ਮੈਨੂੰ ਲੱਗਦਾ ਵਧੀਆ ਰਹੇਗਾ। ਟ੍ਰੇਨਾਂ ਰੋਕਤੀਆਂ ਨੇ ਸੈਂਟਰ ਨੇ, ਹਾਲਾਂਕਿ ਪੰਜਾਬ 'ਚ ਕਹਿਤਾ ਸੀਗਾ ਕਿਸਾਨਾਂ ਨੇ ਵੀ ਆਉਣ ਦੋ, ਹੁਣ ਲੱਗਦਾ ਵੀ ਦੁਬਾਰੇ ਫਿਰ ਕਿਸਾਨ ਨਿਸ਼ਾਨੇ ਤੇ ਨੇ, ਸੈਂਟਰ ਨੇ ਕਹਿਤਾ ਵੀ ਜਦੋਂ ਤੱਕ ਪੂਰੀ ਕਲੀਅਰ ਨਹੀਂ ਹੁੰਦੀ ਅਸੀਂ ਨਹੀਂ ਭੇਜਦੇ। ਸੈਂਟਰ ਨੇ ਨਹੀਂ ਜੀ, ਸੈਂਟਰ ਦਾ ਮੈਂ ਤੁਹਾਨੂੰ ਮਾਨਸਿਕਤਾ ਦੀ ਗੱਲ ਕਰ ਰਹੀ ਹਾਂ ਨਾ ਆਪਾਂ, ਤੁਸੀਂ ਇਸ ਗੱਲ ਨੂੰ ਸਮਝੋ। ਸਾਰਾ ਪੰਜਾਬ ਅੱਜ ਸੜਕਾਂ ਤੇ ਆ, ਧਰਨਿਆਂ ਤੇ ਆ, ਮੋਰਚਿਆਂ 'ਚ ਆ, ਟੋਲ ਪਲਾਜ਼ਿਆਂ ਤੇ ਬੈਠਾ ਜਾਂ ਟ੍ਰੇਨਾਂ ਤੇ ਆਪਦੇ ਧਰਨੇ ਲਾਈ ਬੈਠਾ। ਜਦੋਂ ਸਰਕਾਰ ਦੀ ਮਾਨਸਿਕਤਾ ਦੇਖੋ ਤੁਸੀਂ, ਸਰਕਾਰ ਦੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਇਹ ਇੰਟੈਂਸ਼ਨ ਨਹੀਂ ਆ ਵੀ ਅਸੀਂ ਇਹਨਾਂ ਨਾਲ ਗੱਲ ਕਰੀਏ। ਐਂਡ ਆਫ ਦਾ ਡੇ ਤਾਂ ਪੋਲੀਟੀਕਲ ਡਿਪਲੋਮੇਸੀ 'ਚ ਹੀ ਆਉਣੀ ਹੈ ਨਾ, ਗੱਲ ਤਾਂ ਟੇਬਲ ਤੇ ਹੀ ਨਿਬੜਨੀ ਹੈ। ਜੇ ਤੁਸੀਂ ਪੋਲੀਟੀਕਲ ਡਿਪਲੋਮੇਸੀ ਨੂੰ ਔਰ ਪੋਲਿਟਿਕਸ 'ਚ ਜੇ ਅਸੀਂ ਡਿਪਲੋਮੇਸੀ ਨੂੰ ਨਹੀਂ ਸਮਝਦੇ ਔਰ ਟੇਬਲ ਤੇ ਬੈਠ ਕੇ ਜੇ ਗੱਲ ਨੂੰ ਘਰ ਨੂੰ ਅਸੀਂ ਅੱਗੇ ਨਹੀਂ ਰੱਖਦੇ ਔਰ ਟੇਬਲ ਟਾਕ ਨੂੰ ਤਰਜੀਹ ਨਹੀਂ ਦਿੰਦੇ, ਫਿਰ ਤੁਸੀਂ ਆਪਦੇ ਗੱਲ ਉਹ ਕੀ ਕਰਦੇ ਆ, ਉਹ ਕਹਿੰਦੇ ਤੁਸੀਂ ਬੈਠ ਕੇ ਦਿਖਾਓ, ਅਸੀਂ ਤੁਹਾਨੂੰ ਦੇਖਦੇ ਆ ਤੁਸੀਂ ਕਿਵੇਂ ਬੈਠੋਗੇ। ਮਤਲਬ ਤੁਸੀਂ ਜ਼ਬਰ ਤੇ ਜ਼ੁਲਮ ਨਾਲ ਹੀ ਲੋਕਾਂ ਨੂੰ ਹਟਾਓਗੇ ਨਾ। ਔਰ ਉਹ ਲੋਕ ਵੱਖਵਾਦੀ ਜਾਂ ਉਹ ਲੋਕ ਅੱਤਵਾਦੀ ਜਾਂ ਟੈਰਰਿਸਟ ਥੋੜੀ ਆ, ਉਹ ਤਾਂ ਕਿਸਾਨ ਆ, ਮਜ਼ਦੂਰ ਆ, ਬੀਬੀਆਂ ਭੈਣਾਂ ਬੈਠੀਆਂ ਸਾਡੇ ਵਰਗੇ ਅੱਜ ਕਿਸੇ ਹੋਰ ਪ੍ਰੋਫੈਸ਼ਨ 'ਚੋਂ, ਐਕਟਿੰਗ 'ਚੋਂ, ਸਿੰਗਰਸ, ਹੋਰ ਬੁੱਧੀਜੀਵੀ ਉਹ ਬੈਠੇ ਆ। ਇਹਨਾਂ ਤੇ ਤੁਸੀਂ ਜ਼ਬਰ ਜ਼ੁਲਮ ਕਰੋਗੇ, ਇਹਨਾਂ ਤੇ ਤੁਸੀਂ ਡਾਂਗਾ ਭਰਾਓਗੇ, ਇਹਨਾਂ ਤੇ ਤੁਸੀਂ ਆਪਦੀਆਂ ਫੋਰਸਿਸ ਨੂੰ, ਜਿਹੜੀਆਂ ਪੁਲਿਸ ਫੋਰਸ ਜਾਂ ਪੈਰਾਮਿਲਟਰੀ ਫੋਰਸਿਸ ਨੂੰ ਭੇਜੋਗੇ। ਸੋ ਡੈਮੋਕ੍ਰੇਸੀ ਦੀ ਬੇਸਿਕ ਜਿਹੜੀ ਪ੍ਰੋਬਲਮ ਆ ਅਸੀਂ ਜੋ ਡੀਲ ਕਰ ਰਹੇ ਹਾਂ, ਉਹ ਸਾਡੇ ਸਮਝ ਆ ਜਾਂਦੀ ਹੈ ਇਸ ਗੱਲ। ਸਰ ਇੱਕ ਸਵਾਲ ਹੈ, ਹਾਂਜੀ, ਤੁਸੀਂ ਖਹਿਰਾ ਸਾਹਿਬ ਦਾ ਨਾਮ ਲਿਆ, ਖਹਿਰਾ ਸਾਹਿਬ ਨਾਲ ਥੋੜੇ ਦਿਨ ਪਹਿਲਾਂ ਗੱਲ ਹੋਈ ਹੈ, ਉਹਨਾਂ ਨੇ ਇਹ ਗੱਲ ਆਖੀ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਅਸਤੀਫਾ ਦੇ ਕੇ
ਉਦੋਂ ਭਾਵੇਂ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਹਾਂਜੀ। ਖੇਤਰੀ ਪਾਰਟੀ ਹੋਣੀ ਚਾਹੀਦੀ ਇੱਕ ਮਜ਼ਬੂਤ। ਹਾਂਜੀ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਾ ਮਤਲਬ ਖੇਤਰੀ ਪਾਰਟੀ ਲਈ। ਜੇ ਤੁਸੀਂ ਇੱਧਰ ਖਹਿਰਾ ਸਾਹਿਬ ਨੂੰ ਗੱਲ ਕਰਦੇ ਹੋ, ਕੱਲ ਨੂੰ ਮਤਲਬ ਇੱਕ ਪਾਸੇ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਨਿਸ਼ਾਨੇ ਮਿਲ ਰਹੇ ਹੋ, ਹਾਂਜੀ ਤੇ ਦੂਜੇ ਪਾਸੇ ਖਹਿਰਾ ਸਾਹਿਬ ਨਾਲ ਤੁਹਾਡੇ ਤਾਂ ਗੱਲ ਹਾਂਜੀ। ਮੈਚ ਨਹੀਂ ਕਰਦੀ। ਨਹੀਂ ਜੀ, ਮੈਂ ਤੁਹਾਨੂੰ ਇਹਦਾ ਜਵਾਬ ਦਿੰਦਾ। ਸਾਡੇ ਕੋਲੇ ਖਹਿਰਾ ਸਾਹਿਬ ਵੀ ਆਏ, ਸਾਡੇ ਕੋਲੇ ਡਾਕਟਰ ਗਾਂਧੀ ਵੀ ਆਏ, ਸਾਡੇ ਕੋਲੇ ਬੈਂਸ ਸਾਹਿਬ ਵੀ ਆਏ, ਸਾਡੇ ਕੋਲੇ ਹੋਰ ਵੀ ਬੜੇ ਸੁਹਿਰਦ ਲੋਕ ਆਏ, ਮੋਰਚੇ ਤੇ ਬੋਲ ਕੇ ਗਏ। ਔਨ ਕੈਮਰਾ ਉਹਨਾਂ ਨੇ ਇਹ ਗੱਲ ਕਹੀ, ਅਸੀਂ ਪੰਜਾਬ ਦੇ ਹਿੱਤਾਂ ਲਈ ਇਕੱਠੇ ਹੋਣ ਲਈ ਤਿਆਰ ਹਾਂ। ਔਰ ਖਹਿਰਾ ਸਾਹਿਬ ਨੇ ਇਹ ਗੱਲ ਕਹੀ ਵੀ ਜੇ ਇੱਕ ਲਾਈਨ ਬਣਾ ਲਓ, ਮੈਂ ਉਹ ਲਾਈਨ 'ਚ ਸਭ ਤੋਂ ਪਿੱਛੇ ਖੜਾ ਹੋਊਂਗਾ ਜੇ ਪੰਜਾਬ ਦੇ ਹਿੱਤਾਂ ਦੀ ਗੱਲ ਹੁੰਦੀ ਹੈ। ਹੁਣ ਅਗਲੀ ਗੱਲ, ਜਿਹੜੀਆਂ ਪਾਰਟੀਆਂ ਦੀ ਆਪਾਂ ਗੱਲ ਕਰ ਰਹੇ ਹਾਂ, ਕੈਪਟਨ ਸਾਹਿਬ ਕਾਂਗਰਸ ਨਾਲ ਜੁੜੇ ਹੋਏ, ਉਹ ਕਾਂਗਰਸ ਚੱਲਦਾ, ਉਹਦਾ ਸੰਚਾਲਨ ਦਿੱਲੀ ਤੋਂ ਹੁੰਦਾ, ਆਪ ਦਾ ਸੰਚਾਲਨ ਦਿੱਲੀ ਤੋਂ ਹੁੰਦਾ, ਇਸੇ ਤਰ੍ਹਾਂ ਬੀਜੇਪੀ ਦਾ ਸੰਚਾਲਨ ਦਿੱਲੀ ਤੋਂ ਹੁੰਦਾ। ਜਿਹੜੀ ਪਾਰਟੀ ਦਾ ਸੰਚਾਲਨ ਦਿੱਲੀ ਤੋਂ ਹੁੰਦਾ, ਉਹ ਪਾਰਟੀ ਜੇ ਅਸੀਂ ਕਹੀਏ ਪੰਜਾਬ ਦੇ ਹਿੱਤਾਂ ਦੀ ਗੱਲ ਕਰ ਸਕਦੀ ਹੈ, ਤਾਂ ਇਹ ਅਸੀਂ ਪਿਛਲੇ 73 ਸਾਲਾਂ ਦਾ ਇਤਿਹਾਸ ਦੇਖ ਲਿਆ, ਸਾਡੇ ਕੋਲ ਹਨੇਰਾ ਹੀ ਹਨੇਰਾ ਪਿਆ। ਕੋਈ 1-2 ਸਾਲਾਂ ਦਾ ਹੀ ਚਾਨਣ ਦਿਖਾ ਦਿਓ ਮੈਨੂੰ, ਕਦੇ ਪੰਜਾਬ ਲਈ ਕਿਤੇ ਚਾਨਣ ਹੀ ਹੋਇਆ ਹੋਵੇ। ਜਦੋਂ ਤੱਕ ਸਾਡੇ ਲੋਕ, ਕਿਉਂਕਿ ਲੋਕਾਂ ਦੀ ਮੰਗ ਆ, ਇਹ ਸਾਡੇ 5 ਬੰਦਿਆਂ ਦੀ ਮੰਗ ਨਹੀਂ ਆ, ਲੱਖਾਂ ਕਰੋੜਾਂ ਬੰਦਿਆਂ ਨਾਲ ਜਿਨ੍ਹਾਂ ਨਾਲ ਅਸੀਂ ਮਿਲੇ ਵੀ ਆ, ਜਿਨ੍ਹਾਂ ਨਾਲ ਸਾਡਾ ਰਾਬਤਾ ਹੋਇਆ ਮੋਰਚੇ ਦੌਰਾਨ, ਜਿਨ੍ਹਾਂ ਨਾਲ ਸੋਸ਼ਲ ਮੀਡੀਆ ਤੇ ਸਾਨੂੰ ਸੁਝਾਅ ਭੇਜੇ ਆ, ਉਹਨਾਂ ਦੀ ਮੰਗ ਆ ਵੀ ਪੰਜਾਬ ਨੂੰ, ਪੰਜਾਬ ਦੀ ਸਿਆਸਤ ਦੀ ਜ਼ਰੂਰਤ ਆ। ਪੰਜਾਬ ਦੇ ਸੁਹਿਰਦ ਬੰਦੇ ਇਕੱਠੇ ਹੋ ਕੇ ਪੰਜਾਬ ਦੀ ਸਿਆਸਤ ਘੜਨ, ਔਰ ਉਹਨਾਂ ਤੇ ਇੱਕ ਤੁਸੀਂ ਔਰ ਉਹ ਇਕੱਠੇ ਰਹਿਣ। ਇਸ ਗੱਲ ਨੂੰ ਇਨਸ਼ੋਰ ਕਿਵੇਂ ਕੀਤਾ ਜਾਵੇ, ਉਹਨਾਂ ਤੇ ਇੱਕ ਸਮਾਜਿਕ ਕੋਈ ਇਹੋ ਜਿਹੀ ਧਿਰ ਉਹਦਾ ਪਹਿਰਾ ਲਾ ਦਿਓ, ਜਿਹੜਾ ਥਿੜਕੇ ਉਹ ਧਿਰ ਉਹਨੂੰ ਬੇਨਕਾਬ ਕਰ ਦੇ, ਤੁਹਾਡੇ ਸਾਹਮਣੇ ਲਿਆ ਦੇ, ਲੋਕਾਂ ਨੂੰ ਪਤਾ ਲੱਗ ਜੂ ਕਿਹੜਾ ਨਿੱਜ ਲਈ ਲੜ ਰਿਹਾ, ਕਿਹੜਾ ਪੰਜਾਬ ਦੇ ਹਿੱਤਾਂ ਲਈ ਲੜ ਰਿਹਾ। ਹਾਂਜੀ, ਮੇਰੇ ਸਾਥੀ ਨੇ ਇੱਕ ਸਵਾਲ ਕੀਤਾ ਹੈ ਕਿ ਇਸ ਤਰ੍ਹਾਂ ਦੇ ਜਿਹੜਾ ਪੀਡੀਏ ਪਹਿਲਾਂ ਵੀ ਬਣਿਆ ਸੀ। ਹਾਂਜੀ। ਪੀਡੀਏ ਤੋਂ ਪਹਿਲਾਂ ਦੀ ਗੱਲ ਕਰੀਏ, ਜਦੋਂ 2017 ਦੀ ਚੋਣਾਂ ਸੀਗੀਆਂ, ਉਸ ਤੋਂ ਪਹਿਲਾਂ ਇੱਕ ਨਵਜੋਤ ਸਿੰਘ ਸਿੱਧੂ ਵਾਲੇ ਇੱਕ ਮੰਚ ਵੀ ਤਿਆਰ ਕੀਤਾ ਗਿਆ ਸੀ। ਹਾਂਜੀ। ਉਸ ਮੰਚ ਦੇ ਵਿੱਚ ਸਾਰੇ ਆਗੂ ਸੀਗੇ ਜਿਹੜੇ ਤੁਸੀਂ ਨਾਮ ਗਿਣਾਏ ਹੈ। ਹਾਂਜੀ। ਉਹ ਮੰਚ ਉਸ ਵੇਲੇ ਇਕੱਠਾ ਨਹੀਂ ਹੋਇਆ, ਦੂਸਰਾ ਪੀਡੀਏ ਵਾਲੇ ਟਾਈਮ ਨਹੀਂ ਇਕੱਠਾ ਹੋਇਆ। ਹੁਣ ਤੁਸੀਂ ਕਿਵੇਂ ਸੋਚਦੇ ਮੈਂ ਤੁਹਾਨੂੰ ਦੱਸਦਾ ਇਸ ਮੌਕੇ ਤੇ ਇਕੱਠਾ ਹੋਇਆ? ਮੈਂ ਤੁਹਾਨੂੰ ਦੱਸਦਾ ਆਪਣੇ ਪੋਲੀਟੀਕਲ ਉਹ ਹੈਗੇ ਆ। ਹਾਂਜੀ ਹਾਂਜੀ, ਇਹਦਾ ਸਭ ਤੋਂ ਵੱਡੀ ਗੱਲ ਹੈ ਨਾ, ਦੇਖੋ ਤੁਸੀਂ ਲੋਕਾਂ ਦਾ ਅਹਿਸਾਸ ਸਮਝੋ। ਅੱਜ ਪੰਜਾਬ 'ਚ ਬਹੁਤ ਵੱਡਾ ਇੱਕ ਖਲਾ ਆ ਗਿਆ, ਵੈਕਿਊਮ ਕ੍ਰੀਏਟ ਹੋ ਗਿਆ ਪੰਜਾਬ ਦੀ ਰਾਜਨੀਤੀ 'ਚ। ਕਾਂਗਰਸ ਨੂੰ ਲੋਕਾਂ ਨੇ, ਹਜੇ ਕਾਂਗਰਸ ਆਪਣੇ ਇੱਥੇ ਪਾਵਰ 'ਚ ਆ, ਉਹਨਾਂ ਨੂੰ ਨਕਾਰਤਾ। ਅਕਾਲੀ ਦਲ ਕਿਤੇ ਨਾ ਕਿਤੇ ਡਿਸਕ੍ਰੈਡਿਟ ਹੋ ਚੁੱਕਿਆ, ਲੋਕ ਉਹ ਤੋਂ ਪਾਸੇ ਹੋ ਚੁੱਕੇ। ਹੋਰ ਸਾਡੇ ਕੋਲੇ ਸਾਡੀ ਕੋਈ ਸਿਆਸਤੀ ਨਹੀਂ ਆ, ਆਪ ਆਈ ਸੀ ਪਰ ਆਪ ਕਿਵੇਂ ਬਿਖਰ ਗਈ, ਖਿੰਡਰ ਗਈ ਸਾਡੇ ਸਾਹਮਣੇ। ਸੋ ਐਡਾ ਵੱਡਾ ਵੈਕਿਊਮ ਕ੍ਰੀਏਟ ਹੋਣਾ, ਫਿਰ ਕਦੇ ਵੀ ਪੰਜਾਬ ਕੋਲੇ ਮੰਚ ਨਹੀਂ ਸੀ। ਇਸ ਐਜੀਟੇਸ਼ਨ ਨੇ, ਕਿਸਾਨਾਂ ਦੀ ਐਜੀਟੇਸ਼ਨ ਨੇ, ਮਜ਼ਦੂਰਾਂ ਦੀ ਐਜੀਟੇਸ਼ਨ ਨੇ ਇੱਕ ਮੰਚ ਦਿੱਤਾ। ਉਹ ਮੰਚ ਪਹਿਲਾਂ ਕਿਸੇ ਅੰਦੋਲਨ ਚੋਂ ਨਹੀਂ ਨਿਕਲਿਆ। ਤੁਸੀਂ ਇਹ ਦੇਖੋ, ਜਿਹੜੇ ਆਗੂਆਂ ਨੇ ਇਹ ਕਿਹਾ ਅਸੀਂ ਇਕੱਠੇ ਹੋ ਰਹੇ ਹਾਂ, ਉਹ ਇੱਕ ਸਹਿ ਸੁਭਾਅ ਗੱਲ ਸੀ, ਕਿਸੇ ਦੇ ਮਨ 'ਚ ਆਈ ਉਹਨੇ ਕਰ ਲਈ, ਪਰ ਐਡਾ ਵੱਡਾ ਐਜੀਟੇਸ਼ਨ ਦਾ ਮੰਚ ਕਦੇ ਨਹੀਂ ਮਿਲਿਆ। ਔਰ ਇਸ ਮੰਚ ਤੋਂ ਸਾਨੂੰ ਕਿਸਾਨਾਂ 'ਚ ਜਿਹੜੇ ਮੋਰਚਿਆਂ 'ਚ ਬੋਲ ਕੇ ਗਏ ਆ, ਕੁਝ ਰੂਹਾਂ ਬੋਲ ਕੇ ਗਈਆਂ, ਉਹ ਪੋਲੀਟੀਕਲ ਮੇਨ ਸਟ੍ਰੀਮ ਪੋਲੀਟਿਕਸ 'ਚ ਚਾਹੇ ਨਾ ਹੋਣ, ਉੱਥੋਂ ਲੀਡਰ ਮਿਲਣਗੇ। ਸ਼ੰਭੂ ਮੋਰਚੇ 'ਚ ਤੁਹਾਨੂੰ ਲੀਡਰ ਮਿਲਣਗੇ, ਸਾਡੇ ਮੇਨ ਸਟ੍ਰੀਮ ਪੋਲੀਟੀਕਲ ਲੀਡਰ ਜਿਹੜੇ ਆਲਰੇਡੀ ਇਸ ਫੀਲਡ 'ਚ, ਉਹਨਾਂ 'ਚ ਤੁਹਾਨੂੰ ਲੀਡਰ ਮਿਲਣਗੇ। ਨਾਲ ਦੀ ਨਾਲ ਅਸੀਂ ਇਹ ਕਹਿ ਰਹੇ ਹਾਂ, ਇਹ ਕਦੇ ਨਹੀਂ ਹੋਇਆ ਸੀ ਅੱਜ ਤੋਂ ਪਹਿਲਾਂ ਵੀ ਕਿਸੇ ਨਾਲ ਸਮਾਜਿਕ ਧਿਰ ਦੀ ਗੱਲ ਕੀਤੀ ਹੋਵੇ, ਜਿਨ੍ਹਾਂ ਨੇ ਕਦੇ ਵੀ ਪੋਲੀਟਿਕਸ 'ਚ, ਮੇਨ ਸਟ੍ਰੀਮ ਪੋਲੀਟਿਕਸ 'ਚ ਪਾਰਟ ਨਾ ਲੈਣਾ, ਜਾਂ ਉਹ ਬੰਦੇ ਜਿਹੜੇ ਉੱਥੇ ਜਾ ਕੇ ਖੜੇ ਹੋ ਜਾਣਗੇ ਉਹ ਮੇਨ ਸਟ੍ਰੀਮ ਪੋਲੀਟਿਕਸ 'ਚ ਨਹੀਂ ਆਉਣਗੇ। ਉਹ ਬੰਦੇ ਇਹ ਗੱਲ ਪਹਿਲੀ ਵਾਰੀ ਆਪਾਂ ਕਰ ਰਹੇ ਹਾਂ ਵੀ ਦੋ ਧਿਰਾਂ ਕੱਢੋ, ਇੱਕ ਸਮਾਜਿਕ ਇਨਕਲਾਬ ਵਾਲੀ ਕੱਢੋ, ਇੱਕ ਪੋਲੀਟੀਕਲ ਜਾਂ ਰਾਜਸੀ ਇਨਕਲਾਬ ਜਾਂ ਸਿਆਸੀ ਇਨਕਲਾਬ ਵਾਲੀ ਕੱਢੋ। ਜਦੋਂ ਸਮਾਜਿਕ ਇਨਕਲਾਬ ਵਾਲੀ ਧਿਰ ਰਾਜਸੀ ਇਨਕਲਾਬ ਵਾਲਿਆਂ ਦੇ ਪਹਿਰਾ ਦੇਊਗੀ, ਫਿਰ ਉਹ ਥਿਰਕਣਗੇ। ਉਹਨਾਂ ਨੂੰ ਵੀ ਤਾਂ ਡਰ ਆ ਨਾ, 2022 ਤੱਕ ਤਾਂ ਨਹੀਂ ਥਿਰਕਣ ਦਿੰਦੇ ਜਿਹੜੇ ਆ ਗਏ। ਦੀਪ ਰਾਜਨੀਤਿਕ ਮੋਰਚੇ ਦਾ ਹਿੱਸਾ ਹੋਏਗਾ ਕਿ ਸਮਾਜਿਕ ਮੋਰਚੇ ਦਾ ਹਿੱਸਾ ਹੋਏਗਾ? ਮੈਂ ਤੁਹਾਨੂੰ ਦੋਨੇ ਗੱਲਾਂ ਦਾ ਜਵਾਬ ਦੇਣਾ ਜੀ। ਅਸੀਂ ਜਦੋਂ ਸਮਾਜ ਦੀ ਗੱਲ ਕਰਦੇ ਹਾਂ, ਸਮਾਜ ਦੀ ਬਣਤਰ ਕਿਸੇ ਨਾ ਕਿਸੇ ਸਿਧਾਂਤ ਤੇ ਖੜੀ ਹੁੰਦੀ ਹੈ। ਸਾਡੇ ਸਮਾਜ ਦੀ ਬਣਤਰ ਅਸੀਂ ਕਹਿ ਲਈਏ ਧਰਮ ਦੇ ਸਿਧਾਂਤ ਤੇ ਖੜੀ ਹੈ। ਇਹ ਗੱਲ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਗੁਰੂ ਨਾਨਕ ਸਾਹਿਬ ਦੇ ਫਲਸਫੇ ਤੇ ਖੜੀ ਆ, ਜਾਂ ਹਿੰਦੂ ਧਰਮ ਦੇ ਸਿਧਾਂਤ ਤੇ ਖੜੀ ਆ, ਕਿਉਂਕਿ ਸਾਰੇ ਵਰਗ ਸਾਡੇ ਇੱਥੇ ਰਹਿੰਦੇ ਆ, ਜਾਂ ਭਗਤ ਰਵਿਦਾਸ ਜੀ ਦੇ ਸਿਧਾਂਤ ਤੇ ਖੜੀ ਆ, ਭਗਤ ਕਬੀਰ ਜੀ ਦੇ ਸਿਧਾਂਤ ਤੇ ਖੜੀ ਆ, ਕਿਸੇ ਨਾ ਕਿਸੇ ਸਿਧਾਂਤ ਤੇ ਖੜੀ ਆ। ਇਹ ਆਪਾਂ ਇਸ ਗੱਲ ਤੋਂ ਤਾਂ ਮੁਨਕਰ ਨਹੀਂ ਹੋ ਸਕਦੇ, ਇਸ ਗੱਲ ਨਾਲ ਅਸੀਂ ਸਾਰੇ ਸਹਿਮਤ ਹਾਂ। ਫਿਰ ਇੱਕ ਮਿੰਟ ਬਾਈ ਜੀ, ਨਹੀਂ ਇੱਕ ਮਿੰਟ ਉਹਦੇ ਤੇ ਆਉਣੇ ਆ, ਪਹਿਲਾਂ ਇਸ ਗੱਲ ਤੇ ਆਈਏ।
ਜਦੋਂ ਸਮਾਜ ਦੀ ਗੱਲ ਕੀਤੀ ਜਾਂਦੀ ਹੈ ਤਾਂ ਧਰਮ ਦੀ ਗੱਲ ਆਪੇ ਆ ਜਾਂਦੀ ਹੈ। ਹੁਣ ਰਾਜ ਬਿਨੇ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ। ਇਹ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸਮਾਜ ਜਿਹੜੇ ਸਿਧਾਂਤ ਤੇ ਖੜਾ, ਉਹ ਸਿਧਾਂਤ ਤੇ ਸਮਾਜ ਨੂੰ ਵਾਪਸ ਲਿਆਉਣਾ ਪੈਣਾ। ਅਸੀਂ ਕਿਰਦਾਰ ਬਹੁਤ ਵੱਡੇ ਸਾਡੇ ਡਿੱਗ ਚੁੱਕੇ ਆ, ਕਿਰਦਾਰਾਂ 'ਚ ਕੈਰੈਕਟਰ ਇਰੋਜਨ ਹੋ ਚੁੱਕੀ ਆ। ਜਦੋਂ ਤੱਕ ਅਸੀਂ ਉਹ ਕਿਰਦਾਰ ਨਹੀਂ ਘੜਦੇ, ਦੇਖੋ ਸਮਾਜਿਕ ਇਨਕਲਾਬ ਦਾ ਮਤਲਬ ਇਹ ਵੀ ਹੈ, ਜਦੋਂ ਤੱਕ ਉਹ ਕਿਰਦਾਰ ਨਹੀਂ ਘੜਦੇ ਅਸੀਂ ਚੰਗੇ ਆਗੂ ਕਿਵੇਂ ਪੈਦਾ ਕਰ ਲਾਂਗੇ। ਪਰ ਕਿਤੋਂ ਸ਼ੁਰੂਆਤ ਤਾਂ ਕਰਨੀ ਪਊ ਨਾ। ਜੇ ਅਸੀਂ ਕਹੀਏ ਸ਼ੁਰੂਆਤ ਅੱਜ ਤੋਂ 10 ਸਾਲ ਬਾਅਦ ਹੋ ਜੂਗੀ, ਸ਼ੁਰੂਆਤ ਅੱਜ ਕਿਉਂ ਨਹੀਂ ਹੋ ਸਕਦੀ? ਐਡੀ ਵੱਡੇ ਅੰਦੋਲਨ 'ਚੋਂ, ਐਡੀ ਵੱਡੇ ਐਜੀਟੇਸ਼ਨ 'ਚੋਂ ਕਿਉਂ ਨਹੀਂ ਹੋ ਸਕਦੀ? ਦੇਖੋ ਮੈਂ ਇੱਕ ਗੱਲ ਕਲੀਅਰ ਕਰਦਾ, ਅੱਜ ਹੋ ਸਕਦਾ ਮੈਂ ਸੰਘਰਸ਼ ਜਿਹੜੀ ਪੋਲਿਟਿਕਸ ਆ ਉਹ ਲੜ ਸਕਦਾ ਹਾਂ, ਮੇਰੇ ਕੋਲੇ ਉਸ ਲਈ ਟੈਂਪਰਾਮੈਂਟ ਹੋਵੇ। ਮੇਨ ਸਟ੍ਰੀਮ ਪੋਲਿਟਿਕਸ ਦਾ ਟੈਂਪਰਾਮੈਂਟ ਮੇਰੇ ਕੋਲੇ ਨਹੀਂ ਹੈ। ਮੈਂ ਸਮਾਜਿਕ ਸੰਘਰਸ਼ ਵਾਲੇ ਪਾਸੇ ਖੜਾ, ਮੈਂ ਮੇਨ ਸਟ੍ਰੀਮ ਪੋਲਿਟਿਕਸ ਵਾਲੇ ਪਾਸੇ ਨਹੀਂ ਖੜਾ। ਇਹ ਗੱਲ ਤੁਸੀਂ ਕਲੀਅਰ ਕਰ ਲਓ। ਔਰ ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਮੈਂ ਜੇ ਆਪਦੇ ਆਪ ਨਾਲ ਜਾਂ ਤੁਹਾਡੇ ਨਾਲ ਬੇਈਮਾਨ ਹੋ ਜਾਊਂਗਾ, ਫਿਰ ਮੈਂ ਵੀ ਇੱਕ ਬੇਈਮਾਨ ਬੰਦਾ ਜਾਂ ਬੇਈਮਾਨ ਰਾਜਸੀ ਆਗੂ ਬਣੂੰਗਾ। ਅੱਜ ਤਾਂ ਮੇਰੇ ਕੋਲੇ ਉਹ ਟੈਂਪਰਾਮੈਂਟ ਹੈ ਨਹੀਂ, ਮੈਂ ਮੇਨ ਸਟ੍ਰੀਮ ਪੋਲਿਟਿਕਸ 'ਚ ਆ ਕੇ ਉਹਨੂੰ ਹੈਂਡਲ ਕਰ ਸਕਾਂ। ਮੈਂ ਸਮਾਜਿਕ ਜਿਹੜੀ ਸਾਡੀ ਲੜਾਈ ਆ, ਜਾਂ ਤੁਸੀਂ ਇਹ ਕਹਿ ਲਓ ਜਿਹੜੀ ਸੰਘਰਸ਼ ਪੋਲਿਟਿਕਸ ਆ, ਉਹਦਾ ਹਿੱਸਾ। ਮੈਂ ਮੇਨ ਸਟ੍ਰੀਮ ਪੋਲਿਟਿਕਸ ਦਾ ਹਿੱਸਾ ਨਹੀਂ। ਹੋਰ ਪੰਚਾਇਤ ਦੇ ਮੈਂਬਰ ਹਾਂਜੀ, 2022 ਦੇ ਵਿੱਚ ਤੁਹਾਡੀ ਸਿਆਸਤ ਬਣ ਜਾਂਦੀ ਹੈ ਨਹੀਂ ਜੀ, 2022 ਮੈਂ ਨਹੀਂ ਲੜ ਰਿਹਾ। ਮੈਂ ਤੁਹਾਨੂੰ ਕਹਿ ਰਿਹਾ, ਮੈਂ ਹਜੇ ਤੱਕ ਆਪਦੇ ਆਪ ਨੂੰ ਜੇ ਕਹਿ ਰਿਹਾ ਮੇਰੇ ਕੋਲੇ ਟੈਂਪਰਾਮੈਂਟ ਹੀ ਹੈ ਨਹੀਂ ਆ 2022 'ਚ ਮੈਂ ਚੋਣਾਂ ਲੜਾਂ ਉਹ ਮੇਨ ਸਟ੍ਰੀਮ ਪੋਲਿਟਿਕਸ ਦਾ, ਤੇ ਮੈਂ ਬਿਨਾਂ ਟੈਂਪਰਾਮੈਂਟ ਤੋਂ ਆ ਕੇ ਜੇ ਲੜਾਈ ਲੜੂੰਗਾ। ਫਿਊਚਰ ਦੀ ਵੀ ਗੱਲ ਮੈਂ ਤੁਹਾਨੂੰ ਦੱਸਾਂ, ਜੇ ਅੱਜ ਹੀ ਹੈ ਨਹੀਂ ਕੱਲ ਨੂੰ ਜੇ ਹਾਂਜੀ ਉਹ ਮੈਂ ਗੱਲ ਕਰਦਾ ਜੀ। ਹਾਂਜੀ ਹੜ ਦੇਖੋ ਸ਼ੰਭੂ ਮੋਰਚੇ ਨੂੰ ਲੈ ਕੇ ਲਗਾਤਾਰ ਉਹ ਮੈਨੂੰ ਜਵਾਬ ਕਿ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਦੇ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਆ ਮੋਰਚਾ ਲਾਇਆ ਗਿਆ ਹੈ। ਕਿਉਂਕਿ ਇਸ ਮੋਰਚੇ ਦੇ ਵਿੱਚ ਤੁਹਾਡੇ ਟੈਂਟ ਦੇ ਨਾਲ ਇੱਕ ਹੋਰ ਟੈਂਟ ਲੱਗਿਆ ਹੈ ਜਿਸ ਦੇ ਵਿੱਚ ਲਗਾਤਾਰ ਖਾਲਿਸਤਾਨ ਦੇ ਨਾਰੇ ਲੱਗਦੇ ਨੇ, ਲਗਾਤਾਰ ਖਾਲਿਸਤਾਨ ਦੇ ਝੰਡੇ ਜਿਹੜੇ ਨੇ ਉਹ ਬੁਲੰਦ ਕੀਤੇ ਜਾਂਦੇ ਨੇ। ਤੇ ਇਸ ਮੋਰਚੇ ਨੂੰ ਤੁਸੀਂ ਕਿਸ ਲਹਿਜ਼ੇ ਨਾਲ ਲੈ ਰਹੇ ਹੋ? ਕਿਆ ਕਿਸਾਨਾਂ ਦੇ ਸਮਰਥਨ ਦੇ ਵਿੱਚ ਹੈ ਜਾਂ ਫਿਰ ਵਾਕਿਆ ਦੇ ਵਿੱਚ ਕਿਸਾਨਾਂ ਦੇ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਤੁਸੀਂ ਅੜ ਤੋਂ ਬੈਠੇ ਹੋ? ਦੇਖੋ, ਚਾਹੇ ਕਿਸਾਨਾਂ ਦਾ ਮੋਰਚਾ ਹੋਵੇ, ਚਾਹੇ ਬਰਗਾੜੀ ਦਾ ਮੋਰਚਾ ਹੋਵੇ, ਚਾਹੇ ਸਰਬੱਤ ਖਾਲਸਾ ਹੋਵੇ, ਕਿਸੇ ਨਾ ਕਿਸੇ ਮਸਲੇ ਨੂੰ ਲੈ ਕੇ, ਕਿਸੇ ਨਾ ਕਿਸੇ ਗੁੱਸੇ ਦਾ ਜਿਹੜਾ ਉਭਾਰ ਲੋਕਾਂ ਦੇ ਮਨਾਂ 'ਚ ਜਿਹੜਾ ਗੁੱਸਾ ਪਿਆ ਹੁੰਦਾ ਉਹਦਾ ਪ੍ਰਗਟਾਵਾ ਹੀ ਹੁੰਦਾ। ਅੰਦੋਲਨ ਤਾਂ ਉੱਥੋਂ ਹੀ ਉੱਠਦਾ, ਪਰ ਉਹ ਅੰਦੋਲਨ 'ਚ ਕਦੇ ਵੀ ਇੱਕ ਮਸਲਾ ਨਹੀਂ ਹੁੰਦਾ, ਬਹੁਤ ਪੱਖੀ ਹੁੰਦਾ ਅੰਦੋਲਨ। ਉਹਦੇ 'ਚ ਬੜੇ ਮਸਲੇ ਹੁੰਦੇ ਆ ਜਿਨ੍ਹਾਂ ਨੂੰ ਵਿਚਾਰਨਾ ਪੈਂਦਾ। ਅੱਜ ਸਾਨੂੰ 25-30 ਦਿਨ ਹੋ ਗਏ ਇਸ ਅੰਦੋਲਨ ਦਾ ਪਾਰਟ ਬਣੇ ਨੂੰ, ਕਿਤੇ ਇੱਕ ਵੀ ਇਹੋ ਜਿਹੀ ਘਟਨਾ, ਕਿਤੇ ਇੱਕ ਵੀ ਇਹੋ ਜਿਹਾ ਇਨਸੀਡੈਂਟ ਹੋਇਆ ਹੋਵੇ ਜਦੋਂ ਅਸੀਂ ਕਿਸਾਨਾਂ ਦੇ ਅੰਦੋਲਨ ਨੂੰ ਲੀਹ ਤੋਂ ਲਾਇਆ ਹੋਵੇ। ਉਹਨਾਂ ਦੇ ਨਾਲ ਖੜੇ ਆ, ਅੱਜ ਵੀ ਖੜੇ ਆ, ਕੱਲ ਵੀ ਖੜੇ ਰਹਾਂਗੇ। ਔਰ ਅਗਲੀ ਗੱਲ, ਜਦੋਂ ਆਪਾਂ ਕੋਈ ਥਿਊਰੀ ਦੇ ਰਹੇ ਹਾਂ ਜਾਂ ਜਦੋਂ ਉਹਦਾ ਨੈਰੇਟਿਵ ਦੇ ਰਹੇ ਹਾਂ, ਉਦੋਂ ਡੈਮੋਕ੍ਰੇਸੀ ਨੂੰ ਪ੍ਰੋਟੈਕਟ ਕਰਨ ਵਾਲਾ ਜਿਹੜਾ ਫੈਡਰਲ ਸਿਸਟਮ 1947 'ਚ ਸਾਡੇ ਸੰਵਿਧਾਨ ਨੇ ਕ੍ਰੀਏਟ ਕੀਤਾ ਸੀ, ਉਹਨੂੰ ਪ੍ਰੋਟੈਕਟ ਕਰਨ ਦੀ ਗੱਲ ਕਰ ਰਹੇ ਹਾਂ। ਹੁਣ ਉਹ ਤਰਮੀਮਾਂ ਕਰ ਸੈਂਟਰ ਸਰਕਾਰ ਸਮੇਂ ਤੋਂ ਉਹਨਾਂ ਨੇ ਫੈਡਰਲ ਦੀ ਜਗ੍ਹਾ ਉਹਨੂੰ ਸੈਂਟਰਲਾਈਜ਼ ਕਰ ਲਿਆ। ਸੈਂਟਰਲਾਈਜ਼ ਕਰਕੇ ਅੱਜ ਅਸੀਂ ਫਾਸ਼ੀਵਾਦ ਸਰਕਾਰ ਦੀ ਗੱਲ ਕਰਦੇ ਹਾਂ। ਕਿਉਂ ਕਰਦੇ ਹਾਂ? ਕਿਉਂਕਿ ਸਾਰੀ ਪਾਵਰ ਸੈਂਟਰਲਾਈਜ਼ ਹੋ ਚੁੱਕੀ ਹੈ। ਅਸੀਂ ਤਾਂ ਉਸ ਫੈਡਰਲ ਢਾਂਚੇ ਨੂੰ ਪ੍ਰੋਟੈਕਟ ਕਰ ਰਹੇ ਹਾਂ। ਹੁਣ ਕਿਵੇਂ ਕਰ ਰਹੇ ਹਾਂ? ਤੁਸੀਂ ਦੇਖੋ, ਮਾਡਰਨਾਈਜੇਸ਼ਨ ਦੀ ਗੱਲ ਕਰਦੇ ਹਾਂ ਜਾਂ ਮਾਡਰਨਿਟੀ ਦੀ ਗੱਲ ਕਰਦੇ ਹਾਂ ਅਸੀਂ। ਅੱਜ ਕੈਨੇਡਾ ਕੋਲੇ, ਹਰ ਸਟੇਟ ਕੋਲੇ ਵੱਖਰੇ ਵੱਖਰੇ ਝੰਡੇ ਆ। ਕੈਨੇਡਾ ਟੁੱਟ ਗਿਆ, ਉਹਨਾਂ 'ਚ ਵੱਖਵਾਦ ਆ ਗਿਆ, ਔਰ ਫਿਰ ਵੀ ਕੈਨੇਡਾ ਇੱਕ ਯੂਨੀਅਨ ਦਾ ਪਾਰਟ। ਅਮਰੀਕਾ ਦੇ ਹਰ ਸਟੇਟ ਕੋਲੇ ਜੇ ਤੁਸੀਂ ਦੇਖੋਗੇ, ਉਹਨਾਂ ਦੀ ਕਨਸਟੀਟਿਊਸ਼ਨ ਪੜ੍ਹੋਗੇ ਤਾਂ ਸਟੇਟ ਲਾਜ਼ ਆ ਜਿਹੜੇ ਦੇ ਆਰ ਮਚ ਸਟਰੋਂਗਰ ਦੈਨ ਦ ਲਾਜ਼ ਆਫ ਦ ਯੂਨੀਅਨ, ਐਂਡ ਵੇਅਰਐਵਰ ਦੇयर ਇਜ਼ ਅ ਕਨਫਲਿਕਟ ਸਟੇਟ ਲਾਜ਼ ਪ੍ਰੀਵੇਲ ਓਵਰ ਦ ਯੂਨੀਅਨ ਲਾਜ਼। ਇਹ ਹੁੰਦਾ ਫੈਡਰਲ ਸਟਰਕਚਰ। ਸੋ ਅਗਲੀ ਗੱਲ, ਆਪਾਂ ਯੂਰਪ ਸਿਵਲਾਈਜੇਸ਼ਨ ਸਭ ਤੋਂ ਓਲਡੈਸਟ ਸਿਵਲਾਈਜੇਸ਼ਨ ਆ, ਇਵੋਲਵ ਹੋਈ ਸਿਵਲਾਈਜੇਸ਼ਨ। ਜਦੋਂ ਤੱਕ ਤੁਸੀਂ ਦੇਖੋ ਸਵਿਟਜ਼ਰਲੈਂਡ ਦੀ ਐਗਜ਼ਾਮਪਲ ਆ, 22 ਉੱਥੇ ਜਿਹੜੇ ਕੈਂਟੋਜ਼ ਆ ਸਵਿਟਜ਼ਰਲੈਂਡ 'ਚ, ਔਰ ਉਹਨਾਂ ਦਾ ਮੋਟੋ ਹੀ ਸਵਿਟਜ਼ਰਲੈਂਡ ਦਾ ਇਹ ਆ, ਸਮਾਲ ਇਜ਼ ਬਿਊਟੀਫੁਲ। ਜਿਹੜਾ ਕੋਈ 100-200 ਬੰਦੇ ਵੀ ਖੜੇ ਹੋ ਜਾਂਦੇ ਆ, ਉਹ ਕਹਿੰਦੇ ਅਸੀਂ ਵੱਖ ਹਾਂ, ਕਹਿੰਦੇ ਲੈ ਲਓ, ਇਹਦੇ 'ਚ ਕੀ ਪ੍ਰੋਬਲਮ ਆ? ਸੋ ਜਦੋਂ ਤੱਕ ਉਹ ਮਾਡਲ ਰੈਪਲੀਕੇਟ ਨਹੀਂ ਹੋਣਗੇ, ਅਸੀਂ ਫੈਡਰਲ ਸੈਂਟਰ ਸਟੇਟ ਰਿਲੇਸ਼ਨਸ਼ਿਪ ਨੂੰ ਅਸੀਂ ਰੀਡਿਫਾਈਨ ਨਹੀਂ ਕਰਾਂਗੇ। ਤੁਸੀਂ ਕਹੋ ਜੇ ਅਸੀਂ, ਪਰ ਹੁਣ ਸਾਨੂੰ ਉਲਝਾਉਣਾ ਤਾਂ ਜਿਹੜੇ ਮਰਜ਼ੀ ਪਾਸੇ ਉਲਝਾ ਲਓ,
ਖਾਲਿਸਤਾਨ ਤੇ ਇਹ ਸਰਕਾਰਾਂ ਜੋ ਹੁੰਦੀਆਂ, ਖਾਲਿਸਤਾਨ ਦੀ ਗੱਲ ਕਿਉਂ ਹੁੰਦੀ ਆ? ਤੁਸੀਂ ਅਨੰਦਪੁਰ ਸਾਹਿਬ ਮਤਾ ਪੜ੍ਹ ਲਓ, ਸਿਰਫ ਖੁਦ ਮੁਖਤਿਆਰੀ ਦੀ ਗੱਲ ਸੀ, ਔਰ ਉਹ ਕਹਿੰਦੇ ਸੀ ਇਕੱਲੇ ਪੰਜਾਬ ਨੂੰ ਨਾ ਦਿਓ, ਸਾਰੇ ਸੂਬਿਆਂ ਨੂੰ ਦਿਓ। ਇਹਨਾਂ ਨੇ ਵਾਇਲੈਂਸ ਵੱਲ ਧੱਕਤਾ, ਉੱਥੇ ਪੋਲੀਟੀਕਲ ਡਿਪਲੋਮੇਸੀ ਨਹੀਂ ਹੋ ਸਕਦੀ ਸੀ। ਤੁਹਾਨੂੰ ਲੱਗਦਾ ਜਿਹੜੇ ਸਿੰਘ ਉੱਥੇ ਲੜੇ ਆ, ਜਿਹੜੇ ਖਾੜਕੂ ਸਿੰਘ ਲੜੇ ਆ, ਉਹਨਾਂ ਨਾਲ ਟੇਬਲ ਤੇ ਨਹੀਂ ਬੈਠ ਸਕਦੇ ਸੀ? ਕਿਸੇ ਵੀ ਸੰਘਰਸ਼ ਦੀ ਕਲਮੀਨੇਸ਼ਨ ਤਾਂ ਟੇਬਲ ਤੇ ਹੈ ਨਾ, ਪੋਲੀਟੀਕਲ ਡਿਪਲੋਮੇਸੀ ਤੇ ਹੈ ਨਾ। ਸਰਕਾਰਾਂ ਨੂੰ ਮਜਬੂਰ ਕਰਨ ਵਾਸਤੇ ਸੰਘਰਸ਼ ਲੜੇ ਜਾਂਦੇ ਆ ਵੀ ਇੱਕ ਮਿੰਟ ਵੀ ਉਹ ਟੇਬਲ ਤੇ ਆਉਣ ਤੇ ਟੇਬਲ ਤੇ ਆ ਕੇ ਸਾਡੇ ਨਾਲ ਉਹ ਗੱਲਬਾਤ ਕਰਨ। ਕਦੇ ਸਰਕਾਰਾਂ ਗੱਲ ਹੀ ਨਹੀਂ ਕਰਦੀਆਂ। ਯਾਨੀ ਵੀ ਤੁਸੀਂ ਇਸ ਗੱਲ ਦਾ ਸਮਰਥਨ ਕਰਦੇ ਹੋ ਕਿ ਸੂਬੇ ਦੇ ਅਧਿਕਾਰਾਂ ਦੀ ਜੇਕਰ ਰੱਖਿਆ ਕਰਨੀ ਹੈ ਤੇ ਖਾਲਿਸਤਾਨ ਆਖਰੀ ਆਪਸ਼ਨ ਹੈ? ਨਹੀਂ ਜੀ ਨਹੀਂ, ਬਿਲਕੁਲ ਵੀ। ਦੇਖੋ ਇਹ ਗੱਲ ਤੁਸੀਂ ਕਿਤੇ ਹੋਰ ਲੈ ਕੇ ਜਾ ਰਹੇ ਹੋ। ਗੱਲ ਪਤਾ ਕਿੱਥੋਂ ਨਿਕਲਦੀ ਹੈ? ਗੱਲ ਉੱਥੋਂ ਨਿਕਲਦੀ ਹੈ ਜਦੋਂ ਤੁਹਾਡੇ ਕੋਲੋਂ ਤੁਹਾਡੇ ਫੰਡਾਮੈਂਟਲ ਰਾਈਟਸ ਲੈ ਲਏ ਜਾਂਦੇ। ਤੁਹਾਨੂੰ ਬੋਲਣ ਦਾ ਹੱਕ ਨਹੀਂ, ਤੁਹਾਨੂੰ ਸੋਚਣ ਦਾ ਹੱਕ ਨਹੀਂ, ਤੁਹਾਨੂੰ ਲਿਖਣ ਦਾ ਹੱਕ ਨਹੀਂ, ਤੁਹਾਨੂੰ ਖਾਣ ਦਾ ਪਹਿਨਣ ਦਾ ਹੱਕ ਨਹੀਂ। ਤੁਹਾਡੀ ਸਰਕਾਰ ਕੀ ਕਰਦੀ ਹੈ? ਸਟੇਟ ਕੀ ਕਰ ਰਹੀ ਹੈ? ਦੇਖੋ ਸਟੇਟ ਤੁਹਾਨੂੰ ਫਿਜ਼ੀਕਲੀ ਕਨਫਾਈਨਮੈਂਟ 'ਚ ਜਾਂ ਕਨਫਾਈਨ ਕਰਕੇ ਨਹੀਂ ਰੱਖਦੀ। ਉਹਨਾਂ ਨੂੰ ਪਤਾ ਫਿਜ਼ੀਕਲੀ ਤਾੜਨ ਵਾਸਤੇ ਅਸੀਂ ਜੇਲ੍ਹਾਂ 'ਚ ਥਾਣਿਆਂ 'ਚ ਰੱਖਾਂਗੇ, ਬਹੁਤ ਵੱਡੇ ਇਨਫਰਾਸਟ੍ਰਕਚਰ ਤੇ ਵੱਡੀ ਇਨਵੈਸਟਮੈਂਟ ਦੀ ਜ਼ਰੂਰਤ ਹੈ। ਇਹਨਾਂ ਨੂੰ ਮਾਨਸਿਕ ਤੌਰ ਤੇ ਪੜੋ। ਅੱਜ ਜਿਹੜੇ ਸਾਡੇ ਹੱਥਾਂ 'ਚ ਮੋਬਾਈਲ ਦਿੱਤੇ ਹੋਏ ਆ, ਇਹ ਉਹਨਾਂ ਨੇ ਮਾਨਸਿਕ ਤੌਰ ਤੇ ਹੀ ਸਾਡੇ ਤੇ ਗਲਬਾ ਪਾਇਆ ਹੋਇਆ। ਇੱਕ ਇੱਕ ਮੂਵਮੈਂਟ ਦੀ, ਇੱਕ ਇੱਕ ਚੀਜ਼ ਦੀ ਉਹਨਾਂ ਨੂੰ ਤੁਹਾਡੇ 'ਚ ਕਿੱਥੇ ਜਾ ਰਹੇ ਹੋ, ਕੀ ਸੋਚ ਰਹੇ ਹੋ, ਕੀ ਇੰਟਰਸਟ ਆ, ਹਰ ਚੀਜ਼ ਦੀ ਖਬਰ। ਹੁਣ ਜਦੋਂ ਸਾਡੇ ਤੋਂ ਸਾਡੇ ਫੰਡਾਮੈਂਟਲ ਰਾਈਟਸ ਲੈ ਲਏ ਜਾਣਗੇ, ਮਾਨਸਿਕ ਗਲਬੇ ਸਾਡੇ ਤੇ ਪਾਏ ਜਾਣਗੇ, ਪੰਜਾਬ ਨੂੰ ਪੰਜਾਬ ਦੇ ਹੱਕ ਲੈਣ ਦੇ ਫੈਸਲੇ ਨਹੀਂ ਆ, ਜਿਹੜੇ ਪੰਜਾਬ ਦੇ ਫੈਸਲੇ ਲੈਣ ਦੇ ਹੱਕ ਨਹੀਂ ਆ, ਜਦੋਂ ਤੁਹਾਨੂੰ ਧੱਕਦਾ ਇੱਕ ਕਾਰਨਰ 'ਚ, ਤੁਸੀਂ ਉਦੋਂ ਆਪਦੀ ਖੁਦ ਮੁਖਤਿਆਰੀ ਦੀ ਗੱਲ ਕਰੋਗੇ। ਅਸੀਂ ਉਹੀ ਕਰ ਰਹੇ ਹਾਂ ਨਾ। ਅੱਜ ਕਿੱਥੇ ਆ ਕੇ ਬਹਿ ਗਏ ਹਾਂ? ਅੱਜ ਆਪਾਂ ਦੇਖੋ ਇਸ ਐਜੀਟੇਸ਼ਨ ਨੂੰ ਕਿੰਨੇ ਪੀਸਫੁਲ ਢੰਗ ਨਾਲ ਹੈਂਡਲ ਕੀਤਾ। ਅੱਛਾ, ਉਸ ਤੋਂ ਬਾਅਦ ਸਰਕਾਰ ਫੇਰ ਨਹੀਂ ਆ ਕੇ ਗੱਲ ਕਰਦੀ। ਸਰਕਾਰ ਕਹਿ ਰਹੀ ਹੈ ਵਿਚੋਲੇ ਆ ਇਹ ਕਿਸਾਨ ਨਹੀਂ। ਸਰਕਾਰ ਇਹ ਕਹਿ ਰਹੀ ਆ ਇਹਨੂੰ ਪ੍ਰੋਪੇਗੈਂਡਾ ਪੋਲਿਟਿਕਸ ਵਾਲੇ ਪਾਸੇ ਲੈ ਜਾਂਦੀ ਆ, ਹਨਾ। ਸੋ ਸਰਕਾਰ ਤੁਹਾਡੇ ਨਾਲ ਗੱਲ ਨਹੀਂ ਕਰ ਰਹੀ। ਸਰਕਾਰ ਤੁਹਾਨੂੰ ਇੱਕ ਇਹੋ ਜਿਹੇ ਪੁਆਇੰਟ ਤੇ ਲੈ ਕੇ ਆ ਜਾਂਦੀ ਹੈ ਜਿੱਥੇ ਤੁਹਾਡੇ ਤੇ ਜ਼ੁਲਮ ਤੇ ਜ਼ਬਰ ਕਰਦੀ ਆ, ਤੁਹਾਨੂੰ ਦੱਬਦੀ ਆ, ਤੁਹਾਡੇ ਸੰਘਰਸ਼ ਦਾ ਰੂਪ ਹੀ ਬਦਲ ਦਿੰਦੀ ਆ। ਤੇ ਸੰਘਰਸ਼ ਦਾ ਰੂਪ ਹੁਣ ਜੇ ਮੈਂ ਸਿੱਧੇ ਤੌਰ ਤੇ ਗੱਲ ਕਰਾਂ ਤਾਂ ਜਿਹੜੇ ਸਿੰਘ ਸਾਡੇ ਲੜੇ ਪੰਜਾਬ ਦੇ, ਉਹ ਮੈਂ ਇਹ ਨਹੀਂ ਕਹਿੰਦਾ ਉਹਨਾਂ ਨੇ ਇੱਕ ਵਰਗ ਲਈ ਲੜਾਈ ਲੜੀ ਆ, ਹਰ ਵਰਗ ਲਈ ਲੜਾਈ ਲੜੀ ਆ। ਉਹਨਾਂ ਬੰਦਿਆਂ ਨੇ ਖੁਦ ਮੁਖਤਿਆਰੀ ਦੀ ਲੜਾਈ ਲੜ ਰਹੇ ਸੀ, ਅਨੰਦਪੁਰ ਸਾਹਿਬ ਦੇ ਮਤੇ ਤੇ ਪਹਿਰਾ ਦੇ ਰਹੇ ਸੀ। ਧੱਕਿਆ ਸਰਕਾਰ ਨੇ ਕਿਸੇ ਹੋਰ ਪਾਸੇ।